ਸਾਨੂੰ ਸਭ ਨੂੰ ਇਕੱਠਾ ਕੀਤਾ ਪਰਮੇਸ਼ਵਰ, ਜਿੰਨੇ ਵੀ ਲੋਕ ਆਏ ਨੇ ਸਭ ਨੂੰ ਆਸ਼ੀਸ਼ ਬਰਕਤ ਦੇਣਾ ਪਿਤਾ, ਹਰ ਇੱਕ ਦੀ ਖੁਆਇਸ਼ਾਂ ਪੂਰੀਆਂ ਕਰਨਾ ਪਰਮੇਸ਼ਵਰ। ਹਾਲੇਲੂਇਆ ਪਿਤਾ, ਜੋ ਵੀ ਵਚਨ मैं साझा करन जा रही है परमेश्वर, मदद और सहायता करना परमेश्वर, अच्छे तरीके दे नाल बोल सकिए परमेश्वर। परमेश्वर ते जो बोली असीं उस ते काम भी कर सकिए परमेश्वर। हालेलुया। मेरी छोटी जी प्रार्थना तुहाडे पाक पवित्र जल नाम दे विच मंगदी, आमीन। तो सारे नूं जय मसीह दी। अज दा जो मेरा विषय है वो है द डिफरेंट बिटवीन डोव एंड द रेवन, कि जो फर्क है जो कबूतरी ते कां दे विच, उस दे बारे असीं देखांगे। असीं सब ही जानदे आ कि जो ਅਸੀਂ ਕਹਾਣੀ ਪੜ੍ਹਦੇ ਨੂਹ ਦੇ ਬਾਰੇ, ਕਿ ਨੂਹ ਨੇ ਜਦੋਂ ਕਿਸ਼ਤੀ ਬਣਾਈ ਤਾਂ ਪਰਮੇਸ਼ਵਰ ਨੇ ਉਸਨੂੰ ਕਿਹਾ ਕਿ ਤੂੰ ਹਰ ਜਾਨਵਰ ਉਹਦੇ ਵਿੱਚ ਰੱਖਣਾ ਆ, ਭਾਵੇਂ ਉਹ ਛੋਟਾ ਹੋਵੇ ਭਾਵੇਂ ਉਹ ਵੱਡਾ ਹੋਵੇ, ਕਲੀਨ ਹੋਵੇ ਅਨਕਲੀਨ ਹੋਵੇ, ਹਰ ਇੱਕ ਜਾਨਵਰ ਨੂੰ ਤੂੰ ਆਪਣੀ ਕਿਸ਼ਤੀ ਦੇ ਵਿੱਚ ਲੈ ਕੇ ਆਣਾ ਆ। ਤੇ ਅਸੀਂ ਉਸ ਸਟੋਰੀ ਦੇ ਵਿੱਚ ਦੇਖਾਂਗੇ, ਅਸੀਂ ਜਾਵਾਂਗੇ ਜੈਨੇਸਿਸ ਦੀ ਕਿਤਾਬ, ਉਤਪਤੀ ਦੀ ਕਿਤਾਬ, ਉਹਦਾ 8ਵਾਂ ਅਧਿਆਏ ਤੇ ਉਹਦੀ 6 ਦੇ ਵਿੱਚ ਦੇਖਦੇ ਹਾਂ। ਤੇ ਅਸੀਂ ਦੇਖਦੇ ਹਾਂ ਕਿ ਜਦੋਂ ਪਰਮੇਸ਼ਵਰ ਨੇ 6ਵੇਂ ਅਧਿਆਏ ਦੇ ਵਿੱਚ ਸਭ ਕੁਝ ਖਤਮ ਕਰ ਦਿੱਤਾ, ਤਬਾਹ ਕਰ ਦਿੱਤਾ, ਤੇ ਉਸ ਤੋਂ ਬਾਅਦ ਜੋ 40 ਦਿਨ ਤੱਕ ਪਾਣੀ ਵਹਿੰਦਾ ਰਿਹਾ ਸਵਰਗ ਤੋਂ, ਤੇ ਪਾਣੀ ਪੂਰੀ ਧਰਤੀ ਤੇ ਫੈਲ ਗਿਆ। ਤੇ ਉਸ ਤੋਂ ਬਾਅਦ ਜਦੋਂ ਪਰਮੇਸ਼ਵਰ ਨੇ ਪਾਣੀ ਨੂੰ ਰੋਕਿਆ, ਬਾਰਿਸ਼ ਰੁਕ ਗਈ, ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਪਾਣੀ ਰੁਕਿਆ, ਬਾਰਿਸ਼ ਰੁਕੀ, ਤਾਂ ਪਰਮੇਸ਼ਵਰ ਨੇ ਕਿਹਾ ਕਿ ਹੁਣ ਤੁਸੀਂ ਬਾਹਰ ਆ ਸਕਦੇ ਹੋ। ਬਟ ਉਸ ਤੋਂ ਪਹਿਲੇ ਜਦੋਂ ਅਸੀਂ ਦੇਖਦੇ ਹਾਂ ਕਿ ਨੂਹ ਨੇ ਦੇਖਣ ਨੂੰ ਸਭ ਤੋਂ ਪਹਿਲੇ ਕੱਢਿਆ ਇੱਕ ਕਾਂ ਨੂੰ। ਤੇ ਅਸੀਂ ਪੜਾਂਗੇ उत्पत्ति की किताब 8वां अध्याय तो 6 आयत तो, फिर ऐसा हुआ कि 40 दिन के पश्चात नूहा ने अपना बनाया हुआ जहाज की खिड़की को खोलकर एक कौवे को उड़ा दिया। वह जब तक जल पृथ्वी पर से सूख न गया तब तक कौवा इधर उधर फिरता रहा। तो ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ 40 ਦਿਨ ਹੋ ਗਏ ਤੇ ਸਭ ਤੋਂ ਪਹਿਲੇ ਨੂਹ ਨੇ ਕੀ ਕੀਤਾ, ਇੱਕ ਕੌਵੇ ਨੂੰ ਆਪਣੀ ਕਿਸ਼ਤੀ ਦੇ ਵਿੱਚੋਂ ਬਾਹਰ ਕੱਢਿਆ ਤੇ ਉਸ ਨੂੰ ਉਡਾ ਦਿੱਤਾ ਕਿ ਜਾ ਕੇ ਦੇਖ ਕੇ ਆਵੇ ਕਿ ਪਾਣੀ ਸੁੱਕਿਆ ਕਿ ਨਹੀਂ ਸੁੱਕਿਆ। ਪਰ ਅਸੀਂ ਦੇਖਦੇ ਹਾਂ ਕਿ ਜੋ ਕੌਵਾ ਸੀਗਾ ਉਹ ਉੱਡਦਾ ਹੀ ਰਿਹਾ, ਵਾਪਸ ਉਹਦੇ ਕੋਲੇ, ਨੂਹਾ ਕੋਲੇ ਵਾਪਸ ਮੁੜ ਕੇ ਨਹੀਂ ਆਇਆ। ਤਾਂ ਅਸੀਂ ਦੇਖਦੇ ਹਾਂ ਕਿ ਜੋ ਉਸ ਤੋਂ ਬਾਅਦ ਜਦੋਂ ਉੱਡ ਕੇ ਗਿਆ ਤਾਂ ਅਸੀਂ ਦੇਖਦੇ ਹਾਂ ਕਿ ਉਹ ਕਿੱਥੇ ਬੈਠਿਆ ਹੋਣਾ ਆ, ਉਹਨੇ ਕੀ ਖਾਧਾ ਹੋਣਾ, ਉਹਨੇ ਕਿੱਦਾਂ ਸਰਵਾਈਵ ਕੀਤਾ ਹੋਣਾ ਹੈ ਪੂਰੇ ਪਾਣੀ ਦੇ ਵਿੱਚ। ਇਹ ਬਾਈਬਲ ਆਪਾਂ ਨੂੰ ਬਿਆਨ ਨਹੀਂ ਕਰਦੀ। ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਕੌਵਾ ਸੀਗਾ ਉਹ ਹਰ ਇੱਕ ਗੰਦੀ ਜਗ੍ਹਾ ਤੇ ਬੈਠਿਆ ਹੋਣਾ ਆ। ਅਸੀਂ ਜਾਣਦੇ ਕਿ ਜਦੋਂ ਇੱਕ ਇਨਸਾਨ ਹੋਵੇ ਭਾਵੇਂ ਜਾਨਵਰ ਹੋਵੇ, ਜਦੋਂ ਪਾਣੀ ਦੇ ਵਿੱਚ ਮਰ ਜਾਂਦਾ ਆ ਤੇ ਉਹਦੀ ਲਾਸ਼ ਪਾਣੀ ਦੇ ਉੱਪਰ ਤੈਰਦੀ ਰਹਿੰਦੀ ਹੈ। ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਉਹ ਪਾਣੀ ਦੇ ਉੱਤੇ ਹੀ ਜੋ ਲਾਸ਼ਾਂ ਹੋਈਆਂ ਹੋਣੀਆਂ ਉਸ ਜ਼ਮਾਨੇ ਦੀਆਂ, ਜੋ ਪੇੜ ਪੌਦੇ ਗੰਦਗੀ ਹੋਈ ਹੋਣੀ ਆ, ਸਾਰੇ ਉੱਤੇ ਉਹ ਬਹਿੰਦਾ ਰਿਹਾ ਹੋਣਾ ਆ। ਤੇ ਜੋ ਵੀ ਉਹਨਾਂ ਦਾ ਖਾਣਾ ਹੁੰਦਾ ਹੋਊਗਾ, ਜੋ ਵੀ ਮਾਸ ਹੁੰਦਾ ਹੋਊਗਾ, ਜੋ ਗਲਿਆ ਸੜਿਆ, ਉਹ ਖਾਂਦਾ ਹੋਣਾ ਆ। ਤਾਂ ਕਹਿਣ ਦਾ ਮਤਲਬ ਕਿ ਉਹ ਗੰਦਗੀ ਦੇ ਵਿੱਚ ਰਹਿਣ ਦਾ ਉਹਨੂੰ ਆਦੀ ਹੋ ਗਿਆ, ਬਟ ਉਹ ਮੁੜ ਕੇ ਵਾਪਸ ਨਹੀਂ ਆਇਆ। ਅਸੀਂ ਦੇਖਦੇ ਹਾਂ ਕਿ ਕੋਈ ਵੀ ਜਾਨਵਰ ਕਿਉਂ ਨਾ ਹੋਵੇ, ਚਾਹੇ ਡੌਗੀ ਹੋਵੇ, ਭਾਵੇਂ ਬਿੱਲੀ ਹੋਵੇ, ਕੋਈ ਵੀ ਕਿਉਂ ਨਾ ਹੋਵੇ, ਚਾਹੇ ਛੋਟਾ ਪੰਛੀ ਵੀ ਕਿਉਂ ਨਾ ਹੋਵੇ, ਉਹ ਜਿਸ ਜਗ੍ਹਾ ਤੇ ਰਹਿੰਦਾ ਆ ਉਸਦਾ ਉਹ ਆਦੀ ਹੋ ਜਾਂਦਾ ਆ। ਬਟ ਕੌਵਾ ਅਸੀਂ ਦੇਖਦੇ ਹਾਂ ਕਿ ਕੌਵਾ ਕਿੰਨੇ 150 ਦਿਨ ਤੱਕ ਪਾਣੀ ਵਹਿੰਦਾ ਰਿਹਾ, ਉਹ ਅੰਦਰ ਸੀਗਾ, ਬਟ ਉਹ ਕਦੇ ਅੰਦਰ ਰਿਹਾ ਹੀ ਨਹੀਂ ਕਿਉਂਕਿ ਉਹ ਵਾਪਸ ਮੁੜ ਕੇ ਨਹੀਂ ਆਇਆ। ਤੇ ਅਸੀਂ ਅੱਗੇ ਪੜ੍ਹਦੇ ਕਿ ਕਬੂਤਰੀ ਨੇ ਕੀ ਕੀਤਾ। ਉਸ ਤੋਂ ਬਾਅਦ ਅਸੀਂ देखते हैं 8वें अध्याय ਵਿੱਚ, फिर उसने अपने पास से एक कबूतरी को उड़ा दिया कि देखे कि जल भूमि से घट गया कि नहीं। उस कबूतरी को अपने पैर के तले टेकने के लिए कोई आधार ना मिला, सो वह अपने पास जहाज में लौट आई, क्योंकि सारी पृथ्वी के ऊपर जल ही जल छाया था। तब उसने हाथ बढ़ाकर उसको अपने पास जहाज में ले लिया। ਤਾਂ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਕੀ ਹੋਇਆ, ਨੂਹ ਨੇ ਇੱਕ ਕਬੂਤਰੀ ਨੂੰ ਬਾਹਰ ਛੱਡਿਆ। ਠੀਕ ਹੈ, ਕਬੂਤਰੀ ਗਈ, ਉਹ ਸਾਰੇ ਪਾਸੇ ਘੁੰਮੀ ਹੋਣੀ ਆ, ਉਹਨੂੰ ਕਿਤੇ ਵੀ ਜਗ੍ਹਾ ਨਾ ਮਿਲੀ ਕਿ ਉਹ ਪੈਰ ਟਿਕਾ ਸਕੇ। ਤਾਂ ਫਿਰ ਉਹ ਕੀ ਹੋ ਗਈ, ਫਿਰ ਵਾਪਸ ਨੂਹ ਕੋਲੇ ਆ ਗਈ, ਕਿਉਂਕਿ ਉਸਨੂੰ ਪਤਾ ਸੀ ਉਹੀ ਮੇਰਾ ਘਰ ਹੈ ਤੇ ਮੈਂ ਉੱਥੇ ਹੀ ਵਾਪਸ ਜਾ ਸਕਦੀ ਹਾਂ ਤੇ ਉੱਥੇ ਹੀ ਰਹਿ ਸਕਦੀ ਹਾਂ, ਉੱਥੋਂ ਹੀ ਮੈਨੂੰ ਅੱਛਾ ਖਾਣਾ ਦਾਣਾ ਮਿਲੇਗਾ ਜੋ ਮੈਂ ਖਾਊਂਗੀ ਤੇ ਸੁਰੱਖਿਤ ਰਹੂੰਗੀ। ਪਰ ਅਸੀਂ ਦੇਖਦੇ ਹਾਂ 10वें अध्याय ਵਿੱਚ, तब और 7 दिन तक ठहर कर उसने उसी कबूतरी को जहाज से फिर उड़ा दिया, और कबूतरी सांझ के समय उसके पास आ गई तो क्या देखा कि उसकी चोंच में जलपाई का एक नया पत्ता है। उससे नूह ने जान लिया कि जल पृथ्वी पर घट गया है। ਤਾਂ ਫਿਰ ਕੀ ਹੋਇਆ, ਫਿਰ ਥੋੜੇ ਦਿਨਾਂ ਬਾਅਦ, 7 ਦਿਨਾਂ ਬਾਅਦ ਕੀ ਕੀਤਾ ਨੂਹ ਨੇ, ਫਿਰ ਦੁਬਾਰਾ ਉਹੀ ਕਬੂਤਰੀ ਨੂੰ ਉਡਾਇਆ ਤੇ ਫਿਰ ਉਹ ਕੀ ਲੈ ਕੇ ਆਈ, ਇੱਕ ਛੋਟਾ ਜਿਹਾ ਪੱਤਾ ਲੈ ਕੇ ਆਈ ਜੋ ਓਲੀਵ ਦਾ ਸੀਗਾ। ਤੇ ਫਿਰ ਨੂਹ ਨੂੰ ਪਤਾ ਲੱਗ ਗਿਆ ਕਿ ਜੋ ਪਾਣੀ ਆ ਉਹ ਧਰਤੀ ਤੇ ਘਟ ਗਿਆ ਆ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਡਿਫਰੈਂਸ ਬਿਟਵੀਨ
ਕਿ ਜੋ ਕਬੂਤਰੀ ਸੀਗੀ ਤੇ ਕਾਂ ਦੇ ਵਿੱਚ ਕਿੱਦਾਂ ਦਾ ਸੀਗਾ। ਜੋ ਕਬੂਤਰੀ ਸੀਗੀ ਉਹ ਦੁਨੀਆ ਦੀ ਗੰਦਗੀ ਦੇ ਵਿੱਚੋਂ ਨਹੀਂ ਰਹਿ ਸਕੀ ਤੇ ਉਹ ਵਾਪਸ ਆ ਗਈ, ਬਟ ਜੋ ਕਾਂ ਸੀਗਾ ਉਹ ਗਿਆ ਉੜ ਕੇ ਤੇ ਉਹ ਫੇਰ ਦੁਬਾਰਾ ਵਾਪਸ ਨਹੀਂ ਆਇਆ ਕਿਉਂਕਿ ਉਸਨੂੰ ਗੰਦਗੀ ਪਸੰਦ ਆ ਗਈ। ਉਸੇ ਤਰ੍ਹਾਂ ਅੱਜ ਸਾਡੇ ਤੇ ਡਿਪੈਂਡ ਹੈ ਕਿ ਸਾਨੂੰ ਜੋ ਗੰਦਗੀ ਹੈ, ਇਹ ਜੋ ਦੁਨੀਆ ਦੀ ਗੰਦਗੀ ਹੈ, ਉਸ ਦੇ ਵਿੱਚ ਅਸੀਂ ਰਹਿਣਾ ਹੈ ਕਿ ਨਹੀਂ ਰਹਿਣਾ। ਕਿਉਂਕਿ ਅਸੀਂ ਸੋਚ ਸਕਦੇ ਹਾਂ, ਇਮੈਜਿਨ ਕਰ ਸਕਦੇ ਹਾਂ ਕਿ ਜੋ ਨੂਹ ਦੀ ਆਰਕ ਹੈ, ਜੋ ਕਿਸ਼ਤੀ ਹੈ, ਉਹ ਰਿਪਰੈਜ਼ੈਂਟ ਕਰਦੀ ਹੈ ਕਲੀਸਿਆ ਨੂੰ, ਚਰਚ ਨੂੰ, ਠੀਕ ਹੈ। ਤੇ ਦੂਜੀ ਚੀਜ਼ ਅਸੀਂ ਦੇਖਦੇ ਹਾਂ ਕਿ ਜੋ ਕਬੂਤਰ ਹੈ, ਉਹ ਕਬੂਤਰੀ ਹੈ ਜੋ, ਉਹ ਰਿਪਰੈਜ਼ੈਂਟ ਕਰਦੀ ਹੈ ਇੱਕ ਅੱਛੇ ਇਨਸਾਨ ਨੂੰ ਜੋ ਕਲੀਸਿਆ ਦੇ ਵਿੱਚੋਂ ਨਿਕਲਿਆ ਆ, ਤੇ ਜਿਹੜਾ ਬੁਰਾ ਇਨਸਾਨ ਆ ਉਹ ਵੀ ਕਲੀਸਿਆ ਦੇ ਵਿੱਚੋਂ ਹੀ ਨਿਕਲਿਆ ਆ, ਜੋ ਕਾਂ ਨੂੰ ਦਰਸਾਉਂਦਾ ਆ। ਤੇ ਹੁਣ ਇਹ ਦੋਨਾਂ ਤੇ ਡਿਪੈਂਡ ਹੈ ਕਿ ਉਹ ਪਰਮੇਸ਼ਰ ਨੂੰ ਕੀ ਬਣ ਕੇ ਦਿਖਾਉਂਦੇ ਆ, ਕਿ ਉਹਨਾਂ ਨੇ ਗੰਦਗੀ ਖਾਣੀ ਹੈ ਕਿ ਉਹਨਾਂ ਨੇ ਪਰਮੇਸ਼ਰ ਦਾ ਅੱਛਾ ਖਾਣਾ ਜੋ ਭੋਜਨ ਹੈ ਉਹ ਖਾਣਾ ਹੈ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਸਾਨੂੰ ਐਗਜ਼ਾਮਪਲ ਮਿਲਦੀਆਂ ਨੇ ਜੋ ਸਾਨੂੰ ਦੱਸਦੀਆਂ ਨੇਗੀਆਂ ਕਿ ਅਸੀਂ ਇੱਕ ਅੱਛੇ ਕਾਂ ਸੀਗੇ ਉਹ, ਜਾਂ ਉਹ ਇੱਕ ਕੀ ਸੀਗੇ, ਕੌਵੇ ਸੀਗੇ। ਸਭ ਤੋਂ ਪਹਿਲੇ ਤਾਂ ਅਸੀਂ ਐਗਜ਼ਾਮਪਲ ਦੇਖਦੇ ਹਾਂ ਲੂਤ ਦੀ, ਠੀਕ ਹੈ। ਲੂਤ ਦੇ ਬਾਰੇ ਅਸੀਂ ਦੇਖਦੇ ਹਾਂ ਕਿ ਜੋ ਇਬਰਾਹਿਮ ਦੇ ਨਾਲ, ਇਬਰਾਹਿਮ ਨੇ ਨੂੰ ਕੀ ਕਿਹਾ ਜਦੋਂ ਪਰਮੇਸ਼ਰ ਨੇ ਕਿਹਾ ਕਿ ਤੂੰ ਮੇਰੇ ਨਾਲ ਚੱਲ, ਪਰਮੇਸ਼ਰ ਨੇ ਇਬਰਾਹਿਮ ਨੂੰ ਕਿਹਾ ਕਿ ਤੂੰ ਜਾ, ਮੈਂ ਤੈਨੂੰ ਧਰਤੀ ਦੇਵਾਂਗਾ ਜਿੱਥੇ ਤੂੰ ਰਹਿਣਾ ਆ। ਤੇ ਪਰਮੇਸ਼ਰ ਨੇ ਕਿਹਾ ਸੀਗਾ ਕਿ ਤੂੰ ਕਿਸੇ ਨੂੰ ਨਾਲ ਨਹੀਂ ਲੈਣਾ, ਤੂੰ ਕੱਲਾ ਜਾਣਾ ਆ, ਮੈਂ ਤੈਨੂੰ ਕੱਲੇ ਤੋਂ ਹੀ ਤੈਨੂੰ ਜਾਤੀ ਬਣਾਉਂਗਾ, ਠੀਕ ਹੈ। ਤੇ ਉਸ ਤੋਂ ਬਾਅਦ ਬਟ ਕੀ ਹੋਇਆ, ਇਬਰਾਹਿਮ ਨੇ ਆਪਣੇ ਨਾਲ ਲੂਤ ਨੂੰ ਲੈ ਲਿਆ ਕਿ ਤੂੰ ਮੇਰੇ ਨਾਲ ਚੱਲ। ਤੇ ਅਸੀਂ ਅੱਗੇ ਜਾ ਕੇ ਪੜ੍ਹਦੇ ਹਾਂ ਲੂਤ ਦੇ ਵਿੱਚ, ਲੂਤ ਦੇ ਜੋ ਕੰਮ ਕਰਨ ਵਾਲੇ ਸੀਗੇ ਭੇਡ ਬੱਕਰੀਆਂ ਨੂੰ ਚਰਾਉਣ ਵਾਲੇ, ਤੇ ਜੋ ਇਬਰਾਹਿਮ ਦੇ ਭੇਡ ਬੱਕਰੀਆਂ ਨੂੰ ਚਲਾਉਣ ਵਾਲੇ ਸੀਗੇ, ਉਹਨਾਂ ਦੋਨਾਂ ਦੇ ਵਿੱਚ ਬਹਿਸ ਹੋ ਗਈ, ਠੀਕ ਹੈ। ਤੇ ਅਸੀਂ ਪੜ੍ਹਦੇ ਹਾਂ ਕਿ ਜਦੋਂ ਇਬਰਾਹਿਮ ਨੇ ਉਹਨੂੰ ਕਿਹਾ ਕਿ ਤੂੰ ਏਦਾਂ ਕਰ, ਅਸੀਂ ਦੋਨੋਂ ਆਪਣਾ ਆਪਣਾ ਰਾਹ ਫੜਦੇ ਹਾਂ, ਤੂੰ ਜ਼ਮੀਨ ਲੈ ਲੈ ਆਪਣੀ ਤੇ ਮੈਂ ਜ਼ਮੀਨ ਲੈ ਲੈਣੀ ਆਪਣੀ, ਠੀਕ ਹੈ। ਤੇ ਉਸ ਤੋਂ ਬਾਅਦ ਲੂਤ ਨੇ ਆਪਣੇ ਮਨ ਦੇ ਵਿੱਚ ਸੋਚਿਆ, ਅਸੀਂ ਪੜਾਂਗੇ ਉਹਨੇ ਆਪਣੇ ਮਨ ਦੇ ਵਿੱਚ ਕੀ ਸੋਚਿਆ, ਅਸੀਂ ਪੜਾਂਗੇ ਉਤਪਤੀ 13 ਉਹਦਾ 10ਵੀਂ ਆਇਤ ਪੜਾਂਗੇ। ਉਹਦੇ ਵਿੱਚ ਲਿਖਿਆ ਆ, तब लूत ने आंख उठाकर यरदन नदी के पास वाली सारी तराई को देखा कि वह सब सींची हुई है, जब तक यहोवा ने सदोम और अरोमा को नाश न किया था, तब तक सियोर के मार्ग तक वह तराई यहोवा की बाटिका और मिस्र देश के समान उपजाऊ थी। ਤਾਂ ਅਸੀਂ ਇਹਦੇ ਵਿੱਚ ਦੇਖਦੇ ਹਾਂ ਕਿ ਜਦੋਂ ਇਬਰਾਹਿਮ ਨੇ ਲੂਤ ਨੂੰ ਕਿਹਾ ਕਿ ਤੈਨੂੰ ਜਿਹੜੀ ਧਰਤੀ ਪਸੰਦ ਆ ਤੂੰ ਲੈ ਸਕਦਾ ਹੈ, ਠੀਕ ਹੈ। ਤੇ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਲੂਤ ਨੇ ਕੀ ਦਿਖਾਇਆ, ਕੌਵਾਪਨ ਦਿਖਾਇਆ। ਇੱਥੇ ਲੂਤ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਮੈਂ ਅੱਛੀ ਵਾਲੀ ਜਗ੍ਹਾ ਲੈ ਲਵਾਂਗਾ ਤੇ ਬੁਰੀ ਵਾਲੀ ਕੀ ਹੋਊਗੀ, ਇਬਰਾਹਿਮ ਨੂੰ ਮਿਲ ਜਾਊਗੀ। ਉਹਨੇ ਆਪਣੇ ਮਨ ਦੇ ਵਿੱਚ ਜ਼ਮੀਨ ਦਾ ਲਾਲਚ ਕਰ ਲਿਆ, ਠੀਕ ਹੈ। ਤੇ ਅਸੀਂ ਸੋਚ ਸਕਦੇ ਹਾਂ ਇਬਰਾਹਿਮ ਦੇ ਨਾਲ ਜਦੋਂ ਤੱਕ ਉਹ ਸੀਗਾ, ਉਦੋਂ ਤੱਕ ਉਹ ਕੀ ਸੀਗਾ, ਕਲੀਸਿਆ ਦੇ ਵਿੱਚ ਸੀ, ਚਰਚ ਦੇ ਵਿੱਚ ਸੀਗਾ। ਬਟ ਜਦੋਂ ਉਹ ਬਾਹਰ ਨਿਕਲਿਆ, ਉਹ ਇੱਕ ਕੌਵੇ ਦੇ ਤੌਰ ਤੇ ਬਾਹਰ ਨਿਕਲ ਗਿਆ ਤੇ ਉਹ ਵਾਪਸ ਮੁੜ ਕੇ ਇਬਰਾਹਿਮ ਕੋਲੇ ਨਹੀਂ ਆਇਆ। ਉਹਨੇ ਗੰਦਗੀ ਖਾਧੀ, ਅਸੀਂ ਦੇਖਦੇ ਹਾਂ ਉਹਨੇ ਗੰਦਗੀ ਖਾਧੀ ਬਾਹਰ ਜਾ ਕੇ। ਅੱਗੇ ਅਸੀਂ ਜਾ ਕੇ ਪੜ੍ਹਦੇ ਹਾਂ ਕਿ ਉਸ ਨਾਲ ਕਿੰਨਾ ਬੁਰਾ ਹੋਇਆ। ਤੇ ਅੱਗੇ ਜਦੋਂ ਪਰਮੇਸ਼ਰ ਸਦੋਮ ਤੇ ਅਮੋਰਾ ਨੂੰ ਤਬਾਹ ਕਰਨ ਨੂੰ ਭੇਜਦੇ ਆਪਣੇ ਦੂਤਾਂ ਨੂੰ, ਤਾਂ ਉੱਥੇ ਦੇਖਦੇ ਹਾਂ ਕਿ ਜਦੋਂ ਉਹ ਤੋਂ ਦੌੜ ਨਹੀਂ ਹੁੰਦਾ ਹੈਗਾ, ਉਹ ਜਿਹੜਾ ਉਹ ਚਾਹੁੰਦਾ ਸੀਗਾ ਕਿ ਮੈਨੂੰ ਅੱਛੀ ਧਰਤੀ ਮਿਲੂਗੀ, ਸਭ ਤੋਂ ਬਿਹਤਰ ਧਰਤੀ ਮਿਲੂਗੀ, ਤਾਂ ਉਹ ਕੀ ਕਹਿੰਦਾ ਉਹਨਾਂ ਨੂੰ, ਦੂਤਾਂ ਨੂੰ ਕਹਿੰਦਾ ਆ, ਜੋ ਦੂਤ ਉਹਨਾਂ ਨੂੰ ਕਹਿੰਦੇ ਕਿ ਤੂੰ ਦੌੜ ਜਾ ਫਟਾਫਟ ਕਿ ਤੂੰ ਮਰ ਨਾ ਜਾਵੇਂ ਇੱਥੇ। ਤੇ ਉਹ ਕਹਿੰਦਾ ਕਿ ਹੇ ਮਾਲਕੋ ਮੈਨੂੰ ਉੱਥੇ ਹੀ ਜਾ ਲੈਣ ਦਿਓ, ਜਿਹੜਾ ਛੋਟਾ ਜਿਹਾ ਏਰੀਆ ਆ ਮੈਂ ਉੱਥੇ ਜਾ ਕੇ ਬਸ ਜਾਵਾਂਗਾ। ਕਿ ਉਹਨੇ ਸੋਚਿਆ ਸੀਗਾ ਕਿ ਮੈਂ ਅੱਛੀ ਧਰਤੀ ਲਊਂਗਾ, ਬਟ ਉਸਨੇ ਛੋਟੀ ਜਿਹੀ ਧਰਤੀ ਅੱਗੇ ਜਾ ਕੇ ਮਿਲਦੀ ਹੈ ਜੋ ਪਹਾੜੀ ਕਹਿਲਾਈ ਆ। ਉਹ ਕਹਿੰਦਾ ਕਿ ਮੈਨੂੰ ਉੱਥੇ ਦੌੜ ਲੈਣ ਦਿਓ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਈਬਲ ਉਸਦਾ ਜ਼ਿਆਦਾ ਬਿਆਨ ਨਹੀਂ ਕਰਦੀ ਹੈ ਕਿ ਅੱਗੇ ਉਸ ਨਾਲ ਕੀ ਹੋਇਆ, ਠੀਕ ਹੈ। ਹੋ ਸਕਦਾ ਹੈ ਕਿ ਪਰਮੇਸ਼ਰ ਅਗਰ ਉਹ ਲੈ ਕੇ ਆਇਆ ਸੀ ਉਹਨੇ ਨਾਲ, ਇਬਰਾਹਿਮ ਉਸਨੂੰ ਆਪਣੇ ਨਾਲ ਲੈ ਕੇ ਆਇਆ ਸੀ, ਤਾਂ ਪਰਮੇਸ਼ਰ ਨੇ ਕੀ ਪਤਾ ਉਹਦੇ ਲਈ ਕੁਝ ਵੱਡਾ ਸੋਚਿਆ ਹੋਊਗਾ। ਬਟ ਉਹਨੇ ਕੀ ਕੀਤਾ, ਕੌਵਾਪਨ ਦਿਖਾਇਆ ਤੇ ਉਹ ਉਸ ਜੋ ਅੱਛੀ ਸੰਗਤੀ ਸੀ ਉਸ ਤੋਂ ਬਾਹਰ ਨਿਕਲ ਕੇ, ਜੋ ਉਹਨੇ ਲਾਲਚ ਕੀਤਾ ਸੀ ਉਸ ਤੋਂ ਬਾਹਰ ਨਿਕਲ ਕੇ ਚਲਾ ਗਿਆ ਤੇ ਵਾਪਸ ਮੁੜ ਕੇ ਨਹੀਂ ਆ ਸਕਿਆ। ਤੇ ਉਸੇ ਤਰ੍ਹਾਂ ਅਸੀਂ ਸੈਕਿੰਡ ਐਗਜ਼ਾਮਪਲ ਦੇਖਦੇ ਹਾਂ ਗਹੇਜ਼ੀ ਦੀ। ਜੋ ਗਹੇਜ਼ੀ ਸੀ ਅਸੀਂ ਸਭ ਜਾਣਦੇ ਹਾਂ ਕਿ ਉਹ ਅਲੀਸ਼ਾ ਦਾ ਦਾਸ ਸੀਗਾ। ਤੇ ਉਹ ਪਰਮੇਸ਼ਰ ਤੋਂ ਅਲੀਸ਼ਾ ਤੋਂ ਬਾਅਦ ਪਰਮੇਸ਼ਰ ਨੇ ਉਹਨੂੰ ਜੋ ਅਲੀਸ਼ਾ ਦਾ ਮਸਾ ਸੀ ਦੇਣਾ ਸੀਗਾ। ਬਟ ਅਸੀਂ ਪੜ੍ਹਦੇ ਹਾਂ ਕਿ ਜਦੋਂ ਨਮਾਨ ਉਸਦੇ ਕੋਲੇ ਆਪਣੇ ਗਿਫਟਸ ਲੈ ਕੇ ਆਇਆ ਅਲੀਸ਼ਾ ਕੋਲੇ, ਤੇ ਅਲੀਸ਼ਾ ਨੇ ਕਿਹਾ ਕਿ ਮੈਨੂੰ ਨਹੀਂ ਚਾਹੀਦੇ, ਤੇ ਗਹੇਜ਼ੀ ਉਹਨਾਂ ਦੇ ਪਿੱਛੇ ਜਾਂਦਾ ਆ ਤੇ ਗਹੇਜ਼ੀ ਜਾ ਕੇ ਉਹਨਾਂ ਨੂੰ ਕਹਿੰਦਾ ਆ ਕਿ ਉਹ ਗਿਫਟਸ ਮੈਨੂੰ ਦੇ ਦੇਵੋ ਕਿ ਮੈਨੂੰ ਚਾਹੀਦੇ ਆ। ਤੇ ਅਸੀਂ ਪੜ੍ਹਦੇ ਹਾਂ ਕਿ ਉਹ ਅਲੀਸ਼ਾ ਦੀ ਸੰਗਤੀ ਤੋਂ, ਮਤਲਬ ਪਰਮੇਸ਼ਰ ਦੀ ਸੰਗਤੀ ਚੋਂ ਨਿਕਲ ਕੇ ਬਾਹਰ ਗਿਆ ਤੇ ਉਸ ਤੋਂ ਬਾਅਦ ਉਹਨੇ ਕੀ ਕੀਤੀ, ਗੰਦਗੀ ਖਾਧੀ। ਉਹਨੇ ਲਾਲਚ ਕੀਤਾ ਕਾਹਦਾ, ਉਹ ਸੋਨੇ ਚਾਂਦੀ ਦਾ ਜੋਹਰਾਤ ਜੋ ਵੀ ਉਹ ਲੈ ਕੇ ਆਇਆ ਹੋਣਾ ਹੈ ਅਲੀਸ਼ਾ ਵਾਸਤੇ। ਤੇ ਉਸ ਤੋਂ ਬਾਅਦ ਅਸੀਂ ਪੜ੍ਹਦੇ ਹਾਂ
ਕਿ ਉਸਨੂੰ ਸ਼ਰਾਪ ਦਿੱਤਾ ਅਲੀਸ਼ਾ ਨੇ ਕਿ ਤੇਰੇ ਤੇ ਕੋੜ ਆਵੇਗਾ ਜਦੋਂ ਤੱਕ ਤੇਰੀ ਜਨਰੇਸ਼ਨ ਚੱਲੇਗੀ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੋ ਗਹੇਜੀ ਸੀਗਾ ਉਹਦੇ ਲਾਲਚ ਕਰਕੇ ਉਹ ਕੀ ਹੋਇਆ, ਉਸ ਜੋ ਪ੍ਰੋਮਿਸ ਸੀਗਾ, ਜੋ ਬੋਲ ਸਕਦੇ ਇੱਕ ਕਲੀਸਿਆ ਸੀ, ਇੱਕ ਚਰਚ ਸੀ, ਉਸ ਤੋਂ ਬਾਹਰ ਨਿਕਲ ਕੇ ਇੱਕ ਕਊਆਪਨ ਉਹਨੇ ਵੀ ਦਿਖਾਇਆ ਤੇ ਉਹ ਨਿਕਲ ਕੇ ਚਲਾ ਗਿਆ। ਤੇ ਉਸਦੇ ਬਾਰੇ ਵੀ ਅਸੀਂ ਪੜ੍ਹਦੇ ਨਹੀਂ ਆ। ਹੋ ਸਕਦਾ ਜੇ ਉਹ ਸਹੀ ਰਹਿੰਦਾ, ਜਿੱਦਾਂ ਅਸੀਂ ਅਲਾਈਜਾ ਬਾਰੇ ਪੜ੍ਹਦੇ ਹਾਂ, ਅਲੀਸ਼ਾ ਬਾਰੇ ਪੜ੍ਹਦੇ ਹਾਂ, ਹੋ ਸਕਦਾ ਅਗਲਾ ਨਬੀ ਅਸੀਂ ਗਹੇਜੀ ਬਾਰੇ ਵੀ ਬਾਈਬਲ ਬਿਆਨ ਕਰਦੀ ਕੁਝ ਵੱਡੇ ਚਮਤਕਾਰ, ਬਟ ਉਸਨੇ ਕਊਆਪਨ ਦਿਖਾਇਆ ਤੇ ਉਹ ਨਿਕਲ ਗਿਆ। ਉਸੇ ਤਰ੍ਹਾਂ ਥਰਡ ਐਗਜ਼ਾਮਪਲ ਹੈਗੀ ਹੈ ਜੂਦਾਸ ਦੀ, ਜੋ ਪਰਮੇਸ਼ਰ ਯੀਸ਼ੂ ਦੇ ਨਾਲ 12 ਚੇਲਿਆਂ ਦੇ ਵਿੱਚੋਂ ਇੱਕ ਸੀਗਾ। ਤੇ ਅਸੀਂ ਉਹਦੇ ਬਾਰੇ ਪੜ੍ਹਦੇ ਹਾਂ ਕਿ ਉਹ ਖੁਦ ਪਰਮੇਸ਼ਰ ਯੀਸ਼ੂ ਦੇ ਨਾਲ ਰਹਿੰਦਾ ਸੀਗਾ, 12 ਚੇਲਿਆਂ ਦੇ ਵਿੱਚੋਂ ਇੱਕ ਸੀਗਾ। ਪਰਮੇਸ਼ਰ ਉਹਨੂੰ ਠਹਿਰਾਇਆ ਸੀਗਾ ਕਿ ਤੂੰ ਅਪੋਸਤਲ ਹੈ, ਠੀਕ ਹੈ। ਤੇ ਅਸੀਂ ਉਸਦੇ ਬਾਰੇ ਪੜ੍ਹਦੇ ਹਾਂ ਕਿ ਉਹ ਪਰਮੇਸ਼ਰ ਦੇ ਨਾਲ ਹੋ ਕੇ ਉਹ ਬਾਹਰ ਨਿਕਲਿਆ, ਇੱਕ ਕਊਆ ਬਣ ਕੇ ਬਾਹਰ ਨਿਕਲਿਆ ਕਲੀਸਿਆ ਦੇ ਵਿੱਚੋਂ, ਤੇ ਉਹਨੇ ਪਰਮੇਸ਼ਰ ਯੀਸ਼ੂ ਨੂੰ 30 ਚਾਂਦੀ ਦੇ ਸਿੱਕੇ ਦੇ ਪ੍ਰਤੀ ਵੇਚ ਦਿੱਤਾ, ਠੀਕ ਹੈ। ਤੇ ਉਸ ਤੋਂ ਬਾਅਦ ਜਦੋਂ ਉਸਨੇ ਵੇਚ ਦਿੱਤਾ ਤੇ ਅਸੀਂ ਪੜ੍ਹਦੇ ਹਾਂ ਕਿ ਉਸਨੇ ਖੁਦ ਨੂੰ ਹੀ ਫਾਂਸੀ ਲਗਾ ਦਿੱਤੀ ਜਦੋਂ ਉਸਨੂੰ ਪਤਾ ਲੱਗਾ ਕਿ ਉਸਨੇ ਗਲਤ ਕੀਤਾ ਆ, ਠੀਕ ਹੈ। ਤਾਂ ਅਸੀਂ 3 ਐਗਜ਼ਾਮਪਲ ਦੇਖੀਆਂ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਸਾਹਮਣੇ ਆਪਣਾ ਕਊਆਪਨ ਦਿਖਾ ਦਿੱਤਾ। ਕਿ ਕਊਆਪਨ ਕਰਕੇ ਜੋ ਜੂਦਾਸ ਸੀਗਾ ਉਸਨੇ ਪਰਮੇਸ਼ਰ ਯੀਸ਼ੂ ਨੂੰ 30 ਚਾਂਦੀ ਦੇ ਸਿੱਕਿਆਂ 'ਚ ਵੇਚ ਕੇ ਮਤਲਬ ਦਿਖਾ ਦਿੱਤਾ ਕਿ ਹਾਂ ਉਹ ਪਰਮੇਸ਼ਰ ਦੀ ਨਿਗਾਹ 'ਚ ਬੁਰਾ ਆ। ਉਸੇ ਤਰ੍ਹਾਂ ਮਤਲਬ ਕਿ ਉਹ ਅੱਛੀ ਸੰਗਤੀ ਦੇ ਵਿੱਚ ਨਹੀਂ ਰਹਿ ਸਕਿਆ, ਉਹ ਚਾਹੁੰਦਾ ਸੀਗਾ ਕਿ ਉਹ ਗੰਦਗੀ ਖਾਵੇ। ਤੇ ਅਸੀਂ ਪੜ੍ਹਦੇ ਹਾਂ ਕਿ ਤਿੰਨਾਂ ਦੀ ਗਲਤੀਆਂ ਕਰਕੇ ਉਹ ਬਾਹਰ ਨਿਕਲੇ, ਠੀਕ ਹੈ, ਤੇ ਵਾਪਸ ਨਹੀਂ ਆ ਸਕੇ। ਹਾਲੇਲੂਇਆ। ਤੇ ਹੁਣ ਅਸੀਂ ਪੜਾਂਗੇ ਜੋ ਅੱਛੀ ਕਬੂਤਰੀਆਂ ਨਿਕਲੀਆਂ ਬਾਈਬਲ ਦੀਆਂ। ਸਭ ਤੋਂ ਪਹਿਲੀ ਐਗਜ਼ਾਮਪਲ ਹੈ ਡੈਨੀਅਲ ਦੀ। ਅਸੀਂ ਪੜ੍ਹਦੇ ਹਾਂ ਕਿ ਜੋ ਡੈਨੀਅਲ ਸੀਗਾ, ਜਦੋਂ ਰਾਜਾ ਸੀਗਾ, ਰਾਜੇ ਨੇ ਕਿਹਾ, ਜਦੋਂ ਇਹ ਡਿਕਰੀ ਉੱਥੇ ਸਾਰਿਆਂ ਨੂੰ ਲਾਗੂ ਹੋ ਗਈ ਕਿ ਤੁਸੀਂ ਸਾਰੇ 1 ਮਹੀਨੇ ਵਾਸਤੇ ਕੀ ਕਰੋਗੇ, ਜੋ ਜੋ ਰਾਜਾ ਆ ਉਸਦੀ ਹੀ ਸਾਰੀ ਉਪਾਸਨਾ ਕਰੋਗੇ, ਕੋਈ ਆਪਣੇ ਦੇਵੀ ਦੇਵਤਾ ਦੀ ਪੂਜਾ ਨਹੀਂ ਕਰੂਗਾ। ਬਟ ਅਸੀਂ ਪੜ੍ਹਦੇ ਹਾਂ ਕਿ ਡੈਨੀਅਲ ਹਰ ਰੋਜ਼ 3 ਟਾਈਮ ਜਰੂਸ਼ਲਮ ਦੇ ਵੱਲ ਖਿੜਕੀ ਖੋਲ ਕੇ ਪਰਮੇਸ਼ਰ ਯਹੋਵਾ ਦੀ ਹੀ ਉਪਾਸਨਾ ਕਰਦਾ ਸੀਗਾ। ਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਲੋਕਾਂ ਨੇ ਉਸਦੀ ਚੁਗਲੀ ਕੀਤੀ ਰਾਜੇ ਦੇ ਅੱਗੇ, ਤਾਂ ਉਸਨੂੰ ਸ਼ੇਰਾਂ ਦੀ ਮਾਂਦ ਵਿੱਚ ਸਿੱਟ ਦਿੱਤਾ ਗਿਆ ਤਾਂ ਕਿ ਸ਼ੇਰ ਉਸਨੂੰ ਖਾ ਜਾਓਗੇ। ਬਟ ਅਸੀਂ ਫੇਰ ਵੀ ਪੜ੍ਹਦੇ ਹਾਂ ਡੈਨੀਅਲ ਮੁੜ ਕੇ ਵਾਪਸ ਪਰਮੇਸ਼ਰ ਕੋਲ ਹੀ ਆਇਆ, ਉਹ ਡਰਿਆ ਨਹੀਂ, ਉਹ ਘਬਰਾਇਆ ਨਹੀਂ। ਹੋ ਸਕਦਾ ਉਸ ਟਾਈਮ ਜੋ ਉਸਦੇ ਹਾਲਾਤ ਸੀਗੇ ਉਹ ਡਰਿਆ ਹੋਣਾ ਆ, ਉਸਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸ਼ੇਰਾਂ ਤੋਂ ਹਰ ਕੋਈ ਡਰਦਾ ਆ। ਉਸਨੇ ਘਬਰਾਇਆ ਹੋਣਾ, ਬਟ ਉਸਨੇ ਪਰਮੇਸ਼ਰ ਤੇ ਭਰੋਸਾ ਰੱਖਿਆ ਸੀਗਾ ਤੇ ਪਰਮੇਸ਼ਰ ਨੇ ਉਸਨੂੰ ਬਚਾਇਆ। ਤੇ ਅਸੀਂ ਬਹੁਤ ਅੱਛੀ ਗੱਲ, ਇੱਕ ਇਹਦੇ ਵਿੱਚ ਵਚਨ ਹੈ, ਜਦੋਂ ਰਾਜਾ ਖੁਦ ਪ੍ਰਾਰਥਨਾ ਕਰਦਾ ਆ ਤੇ ਉਹ ਜਾ ਕੇ ਉਸਨੂੰ ਕਹਿੰਦਾ ਆ ਕਿ ਡੈਨੀਅਲ the servant of the living God, did your God able to save you? ਮਤਲਬ ਉਹ ਪੁੱਛਦਾ ਆ, ਖੁਦ ਰਾਜਾ ਕੇ ਉਸਨੂੰ ਪੁੱਛਦਾ ਆ ਕਿ ਹੇ ਡੈਨੀਅਲ, ਜੋ ਜਿੰਦਾ ਪਰਮੇਸ਼ਰ ਦਾ ਸਰਵੈਂਟ ਹੈ, ਕੀ ਤੇਰੇ ਪਰਮੇਸ਼ਰ ਨੇ ਤੈਨੂੰ ਬਚਾ ਲਿਆ? ਤੇ ਉਹ ਕਹਿੰਦਾ ਹੈ ਕਿ ਹਾਂਜੀ, ਮੈਨੂੰ ਮੇਰੇ ਪਰਮੇਸ਼ਰ ਨੇ ਬਚਾ ਲਿਆ। ਤੇ ਪਰਮੇਸ਼ਰ ਦੀ ਅੱਛੀ ਕਬੂਤਰੀ ਡੈਨੀਅਲ ਨੇ ਸਾਨੂੰ ਬਣ ਕੇ ਦਿਖਾਇਆ। ਨਾ ਤਾਂ ਉਹ ਪਿੱਛੇ ਹਟਿਆ, ਨਾ ਤਾਂ ਉਸਨੇ ਕੁਝ ਗਲਤ ਕੀਤਾ, ਨਾ ਤਾਂ ਉਸਨੇ ਗੰਦ ਖਾਧਾ। ਉਹਨੇ ਸਭ ਕੁਝ ਅੱਛਾ ਜੋ ਪਰਮੇਸ਼ਰ ਦਾ ਸੀਗਾ, ਪਰਮੇਸ਼ਰ ਕੋਲ ਮੁੜ ਕੇ ਆਂਦਾ। ਤੇ ਇਸੇ ਤਰ੍ਹਾਂ ਅਸੀਂ ਇਸ ਦੇ ਵਿੱਚ ਇੱਕ ਹੋਰ ਡੈਨੀਅਲ ਦੀ ਪੁਸਤਕ ਦੇ ਵਿੱਚ ਸਟੋਰੀ ਪੜ੍ਹਦੇ ਹਾਂ, ਸ਼ੈਦਰਕ, ਮਿਸ਼ਕ ਤੇ ਅਬੇਦਨਗੋ ਦੀ। ਉਹਨਾਂ ਨੇ ਵੀ ਅਜਿਹਾ ਹੀ ਕੀਤਾ। ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਰਾਜੇ ਨੇ ਜਦੋਂ ਮੂਰਤੀ ਬਣਾਈ ਵੱਡੀ ਵਾਲੀ ਸੋਨੇ ਦੀ, ਤਾਂ ਉਸਨੇ ਕਿਹਾ ਕਿ ਹਰ ਇੱਕ ਜਨ, ਜਦੋਂ ਤੁੰਬੀ ਵੱਜੂਗੀ, ਜਦੋਂ ਨਗਾੜੇ ਵੱਜੂਗੇ, ਸਭ ਨੇ ਕੀ ਕਰਨਾ ਆ, ਇਸ ਮੂਰਤੀ ਅੱਗੇ ਆਪਣਾ ਸਿਰ ਝੁਕਾਉਣਾ ਆ, ਕਿਉਂਕਿ ਇਹ ਮੂਰਤੀ ਹੁਣ ਇਹੀ ਮੰਨੀ ਜਾਵੇਗੀ ਇਸ ਜਗ੍ਹਾ ਦੀ ਕਿ ਇਹੀ ਸਾਡਾ ਪਰਮੇਸ਼ਰ ਹੈ, ਇਹੀ ਸਭ ਕੁਝ ਹੈ। ਬਟ ਅਸੀਂ ਪੜ੍ਹਦੇ ਹਾਂ ਕਿ ਜੋ ਸ਼ੈਦਰਕ, ਮਿਸ਼ਕ ਤੇ ਅਬੇਦਨਗੋ ਸੀਗੇ, ਉਹਨਾਂ ਨੇ ਕਿਹਾ ਕਿ ਭਾਵੇਂ ਸਾਡਾ ਪਰਮੇਸ਼ਰ ਸਾਨੂੰ ਬਚਾਵੇ, ਭਾਵੇਂ ਉਹ ਨਾ ਬਚਾਵੇ, ਬਟ ਅਸੀਂ ਉਸਦੀ ਹੀ ਉਪਾਸਨਾ ਕਰਾਂਗੇ। ਤਾਂ ਅਸੀਂ ਪੜ੍ਹਦੇ ਹਾਂ ਅੱਗੇ ਕਿ ਉਹਨਾਂ ਨੂੰ ਅੱਗ ਵਿੱਚ ਸਿੱਟਿਆ ਜਾਂਦਾ ਆ, ਜੋ 7 ਟਾਈਮ ਹੋਟਰ ਹੁੰਦੀ ਹੈ, ਮਤਲਬ ਕਿ 7 ਗੁਣਾ ਉਹਨਾਂ ਨੂੰ ਤਪਾ ਦਿੱਤਾ ਜਾਂਦਾ ਹੈ ਕਿ ਜੋ ਲੋਕੀ ਉਹਨਾਂ ਨੂੰ ਲੈ ਕੇ ਜਾਂਦੇ ਆ ਉਹ ਖੁਦ ਜਲ ਜਾਂਦੇ ਆ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਆ, ਬਟ ਪਰਮੇਸ਼ਰ ਖੁਦ ਉਹਨਾਂ ਨੂੰ ਆ ਕੇ ਬਚਾਉਂਦੇ ਨੇਗੇ ਤੇ ਪਰਮੇਸ਼ਰ ਉਹਨਾਂ ਨੂੰ ਬਾਹਰ ਲੈ ਕੇ ਆਉਂਦੇ ਨੇ। ਤਾਂ ਬਾਈਬਲ ਬਿਆਨ ਕਰਦੀ ਹੈ ਕਿ ਉਹਨਾਂ ਦੇ ਕੱਪੜਿਆਂ ਦੇ ਵਿੱਚੋਂ ਕਿਆ, ਉਹਨਾਂ ਦੇ ਮਤਲਬ ਕਿ ਸਮੈਲ ਵੀ ਨਹੀਂ ਆ ਰਹੀ ਸੀ ਸਮੋਕ ਦੀ, ਕਿ ਉਹ ਕਦੇ ਅੱਗ ਦੇ ਵਿੱਚ ਗਏ ਵੀ ਸੀਗੇ, ਬਟ ਜੋ ਉਹਨਾਂ ਨੂੰ ਲੈ ਕੇ ਗਏ ਸੀ ਉਹ ਜਲ ਗਏ ਸੀ ਬੁਰੇ ਤਰੀਕੇ ਨਾਲ, ਉਹਨਾਂ ਦੀ ਮੌਤ ਵੀ ਹੋ ਗਈ ਸੀ। ਤਾਂ ਅਸੀਂ ਦੇਖ ਸਕਦੇ ਹਾਂ ਕਿ ਜੋ ਸ਼ੈਦਰਕ, ਮਿਸ਼ਕ ਤੇ ਅਬੇਦਨਗੋ ਸੀਗੇ, ਉਹ ਪਰਮੇਸ਼ਰ ਦੇ ਕਬੂਤਰੀਆਂ ਕਹਿਲਾਈਆਂ, ਮਤਲਬ ਨੂਹ ਦੇ ਆਗ ਦੇ ਵਿੱਚੋਂ, ਜੋ ਕਲੀਸਿਆ ਦੇ ਵਿੱਚੋਂ ਨਿਕਲ ਤਾਂ ਗਏ, ਬਟ ਫਿਰ ਪਰਮੇਸ਼ਰ ਕੋਲ ਮੁੜ ਕੇ ਆਏ। ਅਸੀਂ ਇਹਨਾਂ ਨੂੰ ਆਪਣੀ ਐਜ਼ ਅ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਭਾਵੇਂ ਜੋ ਮਰਜ਼ੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਜਾਵੇ, ਅਸੀਂ ਕੀ ਕਰਾਂਗੇ, ਪਰਮੇਸ਼ਰ ਤੇ ਭਰੋਸਾ ਰੱਖਾਂਗੇ ਤੇ ਪਰਮੇਸ਼ਰ ਦੀ ਅੱਛੀ ਕਬੂਤਰੀ ਬਣ ਕੇ ਦਿਖਾਵਾਂਗੇ। ਹਾਲੇਲੂਇਆ। ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਹਾਲਾਤ ਹੁੰਦੇ ਨੇਗੇ, ਸਾਡੇ ਸਾਹਮਣੇ ਕਈ ਵਾਰੀ ਬਹੁਤ
मतलब बोल सकते हैं पैसा हो सकता है, ठीक है, कोई अच्छी चीज हो सकती है, सोना चांदी हो सकता है ਜਦੋਂ ਅਸੀਂ ਘਰਾਂ ਦੇ ਵਿੱਚ ਕੰਮ ਕਰਦੇ ਹਾਂ ਤੇ ਉਸ ਟਾਈਮ ਸਾਡੇ ਮਨ 'ਚ ਖਿਆਲ ਆਊਗਾ ਕਿ ਹਾਂ ਮੈਂ ਇਹ ਚੋਰੀ ਕਰ ਲਵਾਂ। ਹੁਣ ਕਿਹੜਾ ਕੋਈ ਦੇਖ ਰਿਹਾ ਆ, ਚੱਲ ਮੈਨੂੰ ਕਿਹੜਾ ਕੋਈ ਕਿਸੇ ਨੂੰ ਪਤਾ ਲੱਗਣਾ ਆ, ਚਾਹੇ 10 ਯੂਰੋ ਹੀ ਆ, ਚੱਲ 5 ਯੂਰੋ ਹੀ ਆ, ਕਿਸੇ ਨੂੰ ਕਿਹੜਾ ਪਤਾ ਲੱਗਣਾ, ਉਹਨਾਂ ਨੂੰ ਕਿਹੜਾ ਘਾਟਾ ਪੈ ਜਾਣਾ। ਉਸ ਟਾਈਮ ਪਰਮੇਸ਼ਰ ਸਾਨੂੰ ਦੇਖੂਗੇ ਕਿ ਹਾਂ ਇਹ ਇੱਕ ਅੱਛੀ ਕਬੂਤਰੀ ਹੈ ਜਾਂ ਤਾਂ ਫਿਰ ਇਹ ਉਹ ਕਾਂ ਆ ਕਿ ਜੋ ਗੰਦ ਖਾਣਾ ਚਾਹੁੰਦਾ ਆ। ਹਾਲੇਲੂਇਆ। ਤਾਂ ਇਹ ਸਭ ਕੁਝ ਸਾਡੇ ਤੇ ਤੁਹਾਡੇ ਤੇ ਡਿਪੈਂਡ ਹੈ ਕਿ ਅਸੀਂ ਪਰਮੇਸ਼ਰ ਨੂੰ ਕਿੱਦਾਂ ਦੇ ਬਣ ਕੇ ਦਿਖਾਣਾ ਆ। ਤੇ ਦੂਜੀ ਐਗਜ਼ਾਮਪਲ ਹੋ ਸਕਦੀ ਹੈ ਜਦੋਂ ਅਸੀਂ ਕਿਸੇ ਵਿਆਹ ਤੇ ਜਾਂਦੇ ਹਾਂ ਜਾਂ ਕਿਸੇ ਸ਼ਾਦੀ ਤੇ ਜਾਂਦੇ ਹਾਂ ਜਾਂ ਤਾਂ ਕਿਸੇ ਪੁਰਾਣੇ ਦੋਸਤਾਂ ਨੂੰ ਮਿਲਦੇ ਆ, ਮੁੰਡੇ ਖਾਸ ਤੌਰ ਤੇ ਉਹ ਬੋਲਦੇ ਨੇ ਹਾਂ ਜੀ ਕੋਈ ਗੱਲ ਨਹੀਂ ਪੀ ਲਓ ਥੋੜੀ ਸ਼ਰਾਬ, ਕੁਝ ਨਹੀਂ ਹੁੰਦਾ, ਕਿਸੇ ਨੂੰ ਕਿਹੜਾ ਪਤਾ ਲੱਗਣਾ, ਤੁਸੀਂ ਕਿਹੜਾ ਰੋਜ਼ ਪੀਂਦੇ ਹੋ। ਉਸ ਟਾਈਮ ਸਾਨੂੰ ਪਰਮੇਸ਼ਰ ਦੇਖੂਗੇ ਕਿ ਅਸੀਂ ਇੱਕ ਅੱਛੀ ਕਬੂਤਰੀ ਆ ਕਿ ਅਸੀਂ ਉਹ ਕਾਂ ਆ ਜੋ ਗੰਦਗੀ ਦੇ ਵਿੱਚ ਜਾਣਾ ਚਾਹੁੰਦਾ ਤੇ ਫਿਰ ਦੁਬਾਰਾ ਵਾਪਸ ਨਹੀਂ ਆਉਣਾ ਚਾਹੁੰਦਾ ਹੈ। ਹਾਲੇਲੂਇਆ। ਤੇ ਇੱਕ ਹੋਰ ਐਗਜ਼ਾਮਪਲ ਹੁੰਦੀ ਹੈ ਕਈ ਵਾਰੀ ਸਾਡੀ ਅਸੀਂ ਕਿਸੇ ਨੂੰ ਮਾਫ ਨਹੀਂ ਕਰਦੇ ਹੈਗੇ ਆ, ਠੀਕ ਹੈ, ਸਾਡੇ ਦਿਲ 'ਚ ਖੋਟ ਹੁੰਦਾ ਆ, ਅਸੀਂ ਮਾਫ ਨਹੀਂ ਕਰਨਾ ਚਾਹੁੰਦੇ ਕਿਸੇ ਵੀ ਕਾਰਨ ਕਰਕੇ, ਸਾਨੂੰ ਲੱਗਦਾ ਕਿ ਨਹੀਂ ਉਹਨੇ ਮੇਰੇ ਨਾਲ ਗਲਤ ਕੀਤਾ ਜਾਂ ਉਹਨੇ ਮੈਨੂੰ ਏਦਾਂ ਬੋਲਿਆ, ਉਹਨੇ ਮੈਨੂੰ ਓਦਾਂ ਬੋਲਿਆ, ਠੀਕ ਹੈ। ਬਟ ਉਸ ਟਾਈਮ ਪਰਮੇਸ਼ਰ ਸਾਨੂੰ ਉਸ ਵੇਲੇ ਵੀ ਦੇਖੂਗੇ ਕਿਉਂਕਿ ਬਾਈਬਲ ਵਿੱਚ ਸਭ ਤੋਂ ਵੱਡੀ ਚੀਜ਼ ਇਹ ਲਿਖੀ ਹੋਈ ਹੈ ਕਿ ਮਾਫ ਕਰ, ਜਿੱਦਾਂ ਅੱਗੇ ਲਿਖਿਆ ਆ ਕਿ ਸਾਨੂੰ ਮਾਫ ਕਰ ਕਿਉਂਕਿ ਅਸੀਂ ਆਪਣੇ ਗੁਨਾਹਗਾਰਾਂ ਨੂੰ ਮਾਫ ਕਰਦੇ ਹਾਂ, ਠੀਕ ਹੈ। ਪਰਮੇਸ਼ਰ ਅਸੀਂ ਦੇਖਦੇ ਹਾਂ ਬਹੁਤ ਐਗਜ਼ਾਮਪਲ ਨੇ ਕਿ ਮਾਫ ਕਰਨ ਤੇ ਕਿ ਜੇ ਮਾਫ ਕਰੋਗੇ ਤਾਂ ਮਾਫ ਕੀਤੇ ਜਾਓਗੇ, ਜੇ ਤੁਸੀਂ ਮਾਫ ਨਹੀਂ ਕਰੋਗੇ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ ਨਹੀਂ ਕਰੇਗਾ। ਕਿਉਂਕਿ ਮਾਫ ਕਰਨਾ ਸਭ ਤੋਂ ਵੱਡੀ ਸਾਡੀ ਖੁਦ ਦੀ ਮਤਲਬ ਬੋਲ ਸਕਦੇ ਸ਼ਾਂਤੀ ਸਾਨੂੰ ਦਿੰਦਾ ਹੈ। ਖੁਦ ਪਰਮੇਸ਼ਰ ਦਾ ਪਿਆਰ ਸਾਨੂੰ ਅਹਿਸਾਸ ਕਰਾਉਂਦਾ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ। ਸੋ ਉਸ ਟਾਈਮ ਜਦੋਂ ਤੁਸੀਂ ਕਿਸੇ ਨੂੰ ਮਾਫ ਨਹੀਂ ਕਰਦੇ ਹੋ ਨਾ ਤਾਂ ਤੁਸੀਂ ਮਤਲਬ ਕਿ ਗੰਦਗੀ ਦੇ ਵਿੱਚੋਂ, ਜੇ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ ਤਾਂ ਤੁਸੀਂ ਫੇਰ ਦੁਬਾਰਾ ਉੜ ਕੇ ਜੋ ਜਿੱਦਾਂ ਕਬੂਤਰੀ ਵਾਪਸ ਆਈ ਸੀ ਨਾ ਉਦਾਂ ਹੀ ਤੁਸੀਂ ਵਾਪਸ ਪਰਮੇਸ਼ਰ ਕੋਲ ਆਉਂਦੇ ਹੋ। ਹਾਲੇਲੂਇਆ। ਹੋ ਸਕਦਾ ਹੈ ਕਿ ਤੁਸੀਂ ਬਹੁਤ ਟਾਈਮ ਤੋਂ ਕਿਸੇ ਪ੍ਰਾਰਥਨਾ ਦੇ ਵਿੱਚੋਂ ਕਿਸੇ ਵਿਸ਼ੇ ਨੂੰ ਲੈ ਕੇ ਤੁਹਾਡੀ ਕੋਈ ਡ੍ਰੀਮ ਹੋ ਸਕਦਾ ਆ, ਤੁਹਾਡੀ ਕੋਈ ਇੱਛਾ ਹੋ ਸਕਦੀ ਹੈ ਕਿ ਤੁਸੀਂ ਪਰਮੇਸ਼ਰ ਤੋਂ ਮੰਗਿਆ ਬਟ ਉਸਨੂੰ ਟਾਈਮ ਲੱਗ ਰਿਹਾ ਆ, ਉਹ ਪੂਰੀ ਨਹੀਂ ਹੋਈ ਹੈਗੀ ਜਾਂ ਪੂਰੀ ਨਹੀਂ ਹੋ ਰਹੀ ਹੈ, ਪਰਮੇਸ਼ਰ ਨੂੰ ਉਸਦੇ ਪ੍ਰਤੀ ਨਾ ਕਰ ਦਿੱਤੀ ਹੈ। ਬਟ ਉਦੋਂ ਪਰਮੇਸ਼ਰ ਤੁਹਾਨੂੰ ਦੇਖੂਗੇ ਕਿ ਤੁਹਾਡਾ ਵਿਸ਼ਵਾਸ ਪਰਮੇਸ਼ਰ ਤੇ ਕਿੱਦਾਂ ਦਾ ਹੈ, ਕਿ ਤੁਸੀਂ ਪਰਮੇਸ਼ਰ ਨੂੰ ਫੇਰ ਵੀ ਪੂਜਦੇ ਹੋ, ਤੁਸੀਂ ਪਰਮੇਸ਼ਰ ਦੀ ਫੇਰ ਵੀ ਆਰਾਧਨਾ ਕਰਦੇ ਹੋ, ਤੁਸੀਂ ਪਰਮੇਸ਼ਰ ਦਾ ਫੇਰ ਵੀ ਧੰਨਵਾਦ ਕਰਦੇ ਹੋ, ਤੁਸੀਂ ਪਰਮੇਸ਼ਰ ਨੂੰ ਫੇਰ ਵੀ ਪ੍ਰੇਜ਼ ਕਰਦੇ ਹੋ, ਤਾਂ ਤੁਸੀਂ ਇੱਕ ਅੱਛੀ ਕਬੂਤਰੀ ਹੋ। ਅਗਰ ਤੁਸੀਂ ਫੇਰ ਆਪਣਾ ਮਨ ਹਾਰਦੇ ਹੋ, ਪਰਮੇਸ਼ਰ ਨੂੰ ਬੁਰਾ ਭਲਾ ਬੋਲਦੇ ਹੋ ਕਿ ਪਰਮੇਸ਼ਰ ਨੇ ਮੈਨੂੰ ਏਦਾਂ ਨਹੀਂ ਕੀਤਾ ਜਾਂ ਓਦਾਂ ਨਹੀਂ ਕੀਤਾ, ਛੋਟੀ ਛੋਟੀ ਗੱਲਾਂ ਪਿੱਛੇ, ਤਾਂ ਤੁਸੀਂ ਕੀ ਹੋ, ਉਹ ਕਾਂ ਵਰਗੇ ਹੋ ਜੋ ਗੰਦਗੀ ਖਾਣਾ ਚਾਹੁੰਦਾ ਸੀਗਾ। ਹਾਲੇਲੂਇਆ। ਤੇ ਸੋ ਅੱਜ ਮੇਰਾ ਵਚਨ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਕਿ ਇਹ ਤੁਹਾਡੇ ਤੇ ਮੇਰੇ ਤੇ ਡਿਪੈਂਡ ਹੈ ਕਿ ਤੁਸੀਂ ਪਰਮੇਸ਼ਰ ਦੀ ਕਿਸ਼ਤੀ ਦੇ ਵਿੱਚ ਵਾਪਸ ਆਣਾ ਆ ਕਿ ਤੁਸੀਂ ਉਹ ਗੰਦਗੀ ਦੇ ਵਿੱਚ ਹੀ ਰਹਿਣਾ ਆ ਜਿੱਦਾਂ ਉਹ ਕਾਂ ਰਹਿ ਰਿਹਾ ਸੀਗਾ। ਹਾਲੇਲੂਇਆ। ਸੋ ਗੋਡ ਬਲੈਸ ਯੂ ਐਵਰੀਬਾਡੀ। ਹੋਪ ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਤੇ ਵੀ ਗਲਤ ਹੋ, ਕਿਤੇ ਵੀ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਗੰਦਗੀ ਦੇ ਵਿੱਚ ਆ ਜਿੱਦਾਂ ਉਹ ਕਾਂ ਸੀਗਾ, ਤਾਂ ਤੁਸੀਂ ਅੱਜ ਹੀ ਪਰਮੇਸ਼ਰ ਤੋਂ ਮਾਫੀ ਮੰਗੋ ਤੇ ਪਰਮੇਸ਼ਰ ਨਾਲ ਵਾਅਦਾ ਕਰੋ ਕਿ ਹਾਂ ਪਰਮੇਸ਼ਰ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਜਿੰਨਾ ਅੱਛਾ ਕਰ ਸਕਾਂ ਮੈਂ ਓਨੀ ਤੁਹਾਡੇ ਸਾਹਮਣੇ ਅੱਛੀ ਬਣ ਕੇ ਰਵਾਂ। ਹਾਲੇਲੂਇਆ। ਸੋ ਜੈ ਮਸੀਹ ਦੀ ਸਭ ਨੂੰ। ਗੋਡ ਬਲੈਸ ਯੂ ਐਵਰੀਬਾਡੀ।